पाकिस्तान में डेयरी फार्मिंग का ट्रेंड एकदम से बढ़ा और फिर बदकिस्मती से साथ ही बहुत सारे लोगों को नुकसान उठाने पड़े और बहुत सारे लोगों के डेयरी फार्म्स बंद हुए, करोड़ों रुपए का नुकसान हुआ। क्यों हुआ? क्या गलतियां की और किन गलतियों से बच के किस स्ट्रेटजी पे अमल करते हुए इस फार्म को बढ़ाया जा सकता है। मेरे साथ एक मशहूर और नहायत तजर्बेकार डेयरी फार्मर मौजूद हैं जिन्होंने एक चंद साल पहले अपना एक छोटा सा डेयरी फार्म स्टार्ट किया और अब अल्हम्दुलिल्लाह अगर कैमरा मैन दिखा पाए गिरदोनवा में तो आपको ढेर सारी भैंसें नजर आएंगी और बड़ी कामयाबी के साथ अल्हम्दुलिल्लाह ये इस सेटअप को चला रहे हैं। इनसे हम जानेंगे कि कौन सी गलतियां हैं जिनसे बचना है, किस तरह से अपने फार्म को ग्रो करना है, किस तरह से इसको बढ़ाना है और किस तरह से कामयाब ये हुए और आपको कामयाबी का नुस्खा आज उनकी ज़ुबानी आप तक पहुंचाएंगे, ताकि अगर आप डेयरी फार्म का काम कर रहे हैं या फ्यूचर में करने वाले हैं तो आप नाकामी से बच सकें, नुकसान से बच सकें और कामयाबी के चांसेस आपके बढ़ जाएं। तो चलिए, तो मोहसिन भाई कदों तो एक काम शुरू किया तुम? तकरीबन 7 तो 8 साल हो गए ने। 7-8 साल पहले किस लेवल से शुरू किया सी? किन्ने क डंगर शुरू च पाए? 4 तो 5 डंगर तो स्टार्ट की। सिर्फ 4 तो 5 डंगर। हाँ, और आज माशाल्लाह कितने जानवर ने? तकरीबन छोटे मोटे पा गया 125। 4 डंगरा तो 125 डंगर तक पहुंचे। किस तरह पहुंचे, कितों शुरू हुए और किस किस मसाइल का सामना करना पिया, जरा तफसील नाल साडे फार्मर हजरात ਨੂੰ समझाना। मसाइल का सब तो बड़ा प्रॉब्लम लेबर का इस डेयरी फार्म ਦੇ ਵਿੱਚ। ठीक है जी। ਹਾਂ, ਅਗਰ ਲੇਬਰ ਤੁਹਾਡੀ ਸਹੀ ਹੈ ਤੇ ਤੁਸੀਂ ਕਾਮਯਾਬ, ਅਗਰ ਲੇਬਰ ਕੋ ਨਹੀਂ ਤੇ ਤੁਸੀਂ, ਕਿਉਂਕਿ ਇਹ ਕੰਮ ਜਿਹੜਾ ਵੇ ਲੇਬਰ ਤੋਂ ਬਗੈਰ ਹੋ ਨਹੀਂ ਸਕਦਾ। ठीक है ਹਾਂ, ਤੇ ਉਹ ਆਸ-ਆਸ ਹੈ, ਕਿਉਂਕਿ ਸਭ ਤੋਂ ਵੱਡੀ ਸਾਡੀ ਗੌਰਮੈਂਟ ਦੀ ਵੀ ਨਹਿਲ ਹੀ ਹੈ, ਕਿਉਂਕਿ ਗੌਰਮੈਂਟ ਜਿਹੜੀ ਹੈ ਡੇਅਰੀ ਫਾਰਮ ਨੂੰ ਬਿਲਕੁਲ ਸਪੋਰਟ ਨਹੀਂ ਕਰਦੀ। जी। ਨਾ ਕੋਈ ਮਸ਼ੀਨਰੀ ਤੇ ਨਾ ਫਾਈਨੈਂਸ਼ੀਅਲ ਸਪੋਰਟ, ਨਾ ਮਸ਼ੀਨਰੀ ਵਾਲਾ ਸਪੋਰਟ, ਕਿਸੇ ਹਿਸਾਬ ਦਾ ਵੀ ਸਪੋਰਟ ਨਹੀਂ ਕਰਦੀ। ਉਲਟਾ ਜੋ ਹੈ ਨਾ, ਨੁਕਸਾਨ ਤੇ ਨੁਕਸਾਨ, ਨਾ ਕੋਈ ਵੈਲਿਊ ਹੋਵੇ ਮਿਲਕਿੰਗ ਦੀ ਵੀ। ਇਹਦੀ ਵਜ੍ਹਾ ਤੋਂ ਡੇਅਰੀ ਫਾਰਮ ਜਿਹੜੀ ਖਿਲਾਫ ਹੋ ਰਹੀ ਹੈ। ਮਸਾਇਲ ਸਭ ਤੋਂ ਬੜਾ ਵੇ ਤੁਹਾਡਾ, ਅਗਰ ਨਸਲ ਕਿਸੇ ਡੰਗਰ ਦੁਬਾਰਾ ਸੁਣਦਾ ਨਹੀਂ, ਉਹਦੀ ਵਜ੍ਹਾ ਤੋਂ ਪ੍ਰੋਬਲਮ ਆਏਗੀ। ਕਿਉਂਕਿ ਅਗਰ ਤੁਸੀਂ 6 ਮਾਹ 7 ਮਾਹ ਜਿਹੜਾ ਵੇ ਡੰਗਰ ਇੱਕ ਜਿਹੜੀ ਹੈ ਨਾ ਭੈਂਸ ਉਹ ਦੁੱਧ ਦਿੰਦੀ ਹੈ। ਅਗਰ ਤੁਸੀਂ ਅੱਜ ਦੁੱਧ ਦਾ ਬਿਜ਼ਨਸ ਕਰਨਾ ਵਾ ਤਾਂ 6 ਤੋਂ 7 ਮਹੀਨੇ ਦੇ ਵਿੱਚ ਤੁਹਾਡੀ ਅੱਗੋਂ ਡੰਗਰ ਜਿਹੜਾ ਗੱਭਣ ਹੋਣਾ ਚਾਹੀਦਾ। ਉਹ ਸਭ ਤੋਂ ਵੱਡੀ ਮੇਨ ਪ੍ਰੋਬਲਮ ਇਹਦੀ ਵਜ੍ਹਾ ਤੋਂ ਡੇਅਰੀ ਫਾਰਮ ਜੋ ਲਾਸਟ 'ਤੇ ਜਾ ਰਹੀ ਹੈ। अच्छा मोहसिन भाई, जानवर सब तो अहम जड़ा कम होंदा ना डेयरी फार्मिंग च, वो जानवर की खरीदारी है। ਬਿਲ जानवर की खरीदारी च किशा वेदे हो के जानवर अच्छा होए, टाइम ते नवें दुध होएगा, बच्चा देगा, दुध ज्यादा देगा, किस तरह पछाण होएगी ਭਾਈ आम ਜੀ, बंदे दी? ਨਸਲ ਆਮ ਬੰਦੇ ਦੀ ਗੱਲ ਜਿਹੜੀ ਆ ਹੁਣ ਤੇ ਆਮ ਬੰਦੇ ਵਾਲੀ ਗੱਲ ਕੋਈ ਨਹੀਂ ਰਹੀ, ਨਸਲ ਦੀ ਗੱਲ ਹੈ ਸਾਰੀ। ਨਸਲਾਂ ਕਿਉਂਕਿ ਆਹ ਮਿਕਸਿੰਗ ਇੰਨੀ ਕੁ ਹੋ ਗਈ ਹੈ, ਨਾ ਕਿਸੇ ਨੇ ਇਹਦੇ ਵੱਲ ਧਿਆਨ ਕੀਤਾ ਤੇ ਨਾ ਗੱਲ ਜਿਹੜੀ ਜਿਹੜੇ ਬੰਦੇ ਨੇ ਆਪਣੀ ਨਸਲ ਤਿਆਰ ਕੀਤੀ ਉਹ ਡੇਅਰੀ ਫਾਰਮ 'ਚ ਕਾਮਯਾਬ ਹੋ ਰਿਹਾ ਵਾ। ਕਿਉਂਕਿ ਜਿਹੜੀ ਇਹ ਨਸਲ ਹੈ ਉਹ ਹੁਣ ਜਿਨ੍ਹਾਂ ਕੋਲ ਹੈ ਨਹੀਂ, ਉਹ ਦਿੰਦਾ ਕੋਈ ਨਹੀਂ ਬੰਦਾ। ਤੇ ਜਿਹੜੇ ਬਾਕੀ ਮਿਕਸਿੰਗ ਇੰਨੀ ਕੁ ਹੋ ਗਈ ਹੈ ਨਾ, ਉਹਦੀ ਵਜ੍ਹਾ ਤੋਂ ਜਿਹੜਾ ਵਾ ਨਾ ਉਹ ਨਹੀਂ ਬਿਜ਼ਨਸ ਜਿਹੜਾ ਫਲਾਪ 'ਤੇ ਜਾ ਰਿਹਾ। मोहसिन भाई देखो खाई बहुत सारे लोगों ने डेयरी का काम शुरू किया, बिल्कुल बड़े बड़े थम ऐसे जेडे डिग पे और ਉਹਦੇ ਪਿੱਛੇ ਕੋਈ ਵਜ੍ਹਾ ਹੋਏਗੀ। ਤੁਹਾਡੀ ਕਾਮਯਾਬੀ ਦਾ ਕੀ ਰਾਜ਼ ਹੈ? ਤੁਹਾਨੂੰ ਅੱਲਾ ਨੇ ਕਿਸ ਤਰ੍ਹਾਂ ਕਾਮਯਾਬੀ ਦਿੱਤੀ? ਕੀ ਐਸਾ ਗੁਰ ਇਸਤੇਮਾਲ ਕੀਤਾ? ਕੋਈ ਵੀ ਨਹੀਂ, ਮਾਂ ਪਿਓ ਦੀ ਦੁਆਵਾਂ ਜੇ ਤੇ ਅੱਲਾਹ ਤਾਲਾ ਦਾ ਖਾਸ ਕਰਮ ਹੀ ਜੇ। ਆਹ ਤੇ ਕੋਈ ਵੀ ਨਹੀਂ ਕੀਤਾ ਹੋਇਆ ਜਿਹੜੀ ਗੱਲ ਹੈ, ਅੱਲਾਹ ਤਾਲਾ ਵਾਲਾ ਹੀ ਜਿਹੜਾ ਜੇ ਬਸ ਕਾਮਯਾਬੀ ਲੱਭੀ ਜੇ। ਬਾਕੀ ਸਾਡਾ ਇਹਦੇ 'ਚ ਐਡਾ ਕੋਈ ਨਹੀਂ, ਕੋਈ ਖਾਸ ਕਰਮ ਦਾ ਜਿਹੜੀ ਗੱਲ ਹੈ। ਮਿਹਨਤ ਜਿਹੜੀ ਆਹ ਤੇ ਬਸ ਇਹ ਅੱਲਾਹ ਤਾਲਾ ਵਾਲੇ ਜੋ ਸਬੱਬ ਸਾਰੇ ਲੱਗਦੇ ਰਹਿੰਦੇ। ਨਾ ਜਿਹੜੀ ਕਿ ਤਵੱਕੋ ਹੀ ਕਿ ਅਸੀਂ ਐਡਾ ਵੱਡਾ ਡੇਅਰੀ ਫਾਰਮ ਬਣਾ ਲਾਂਗੇ। ਇਹ ਜਿਹੜੀ ਫਾਰਮ ਦੀ ਕੰਸਟਰਕਸ਼ਨ ਹੈ ਇਹ ਇੰਤਹਾਈ ਟੈਕਨੀਕਲ ਹੈ। ਇਹ ਕਿਹੜੀ ਕੰਪਨੀ ਕੋਲੋਂ ਤੁਸੀਂ ਮਸ਼ਵਰਾ ਲਿਆ ਸੀ ਇਹ ਫਾਰਮ ਦੀ ਕੰਸਟਰਕਸ਼ਨ ਕਰਨ ਵਾਸਤੇ, ਜਾਂ ਖੁਦ ਹੀ ਡਿਜ਼ਾਈਨ ਕੀਤਾ? ਨਹੀਂ, ਖੁਦ ਹੀ ਡਿਜ਼ਾਈਨ ਕੀਤਾ, ਕਿਸੇ ਕੰਪਨੀ ਕੋਲ ਵੀ ਨਹੀਂ ਮਸ਼ਵਰਾ ਲਿਆ। ਇਹਦੇ 'ਚ ਕਿਹੜੀ ਸ਼ੈ ਦਾ ਅਰੇਂਜ ਕਰਨਾ ਚਾਹੀਦਾ ਹੈ ਕਿ ਮੱਝਾਂ ਪਾਲਣ ਵਾਸਤੇ ਖਸੂਸੀ ਕਿਸਮ ਦਾ, ਹਵਾ ਦਾ, ਰੋਸ਼ਨੀ ਦਾ, ਕਿਸ ਟਾਈਪ ਦਾ ਹੋਣਾ ਚਾਹੀਦਾ ਹੈ? ਬਿਲਕੁਲ ਹਵਾਦਾਰ ਵੀ ਤੇ ਰੋਸ਼ਨੀਦਾਰ ਦੋਵੇਂ ਜ਼ਰੂਰੀ ਨੇ, ਕਿਉਂਕਿ ਇਸ ਤੋਂ ਬਗੈਰ ਜਿਹੜੀ ਇੱਕ ਮੱਝ ਭੈਂਸ ਜਿਹੜੀ ਇਹਦੇ ਵਾਸਤੇ ਸਪੈਸ਼ਲੀ ਨਾਲ ਤਲਾਅ ਇੱਕ ਤੁਹਾਨੂੰ ਚਾਹੀਦਾ ਵੇ। ਕਿਉਂਕਿ ਜੇ ਅਗਰ ਭੈਂਸ ਰੱਖਣੀ ਹੈ ਤਾਂ ਉਹਨੂੰ ਪਾਣੀ ਦੀ ਜ਼ਰੂਰਤ ਹੈ। ਕਿਉਂਕਿ ਮੌਸਮ ਜਿਹੜਾ ਸਾਡੇ ਇਲਾਕੇ 'ਚ ਗਰਮ ਜਿਹੜਾ ਮੌਸਮ 7 ਤੋਂ 8 ਮਹੀਨੇ ਹੁੰਦਾ, ਸਰਦ ਮੌਸਮ ਤੇ 1 ਤੋਂ 2 ਮਾਹ ਰਹਿੰਦਾ ਵੇ। ਇਸ ਲਈ ਜਿਹੜੀ ਇਹਨਾਂ ਤਲਾਅ ਲਾਜ਼ਮੀ ਹੈ ਤੇ ਹਵਾਦਾਰ ਤੇ ਰੋਸ਼ਨੀਦਾਰ ਹੋਣਾ ਚਾਹੀਦਾ ਵਾ। ਦੂਸਰਾ ਸਫਾਈ ਦਾ ਨਿਜ਼ਾਮ ਜਿਹੜਾ ਨਾ ਉਹ ਵੱਡਾ ਹੋਣਾ ਚਾਹੀਦਾ ਡੇਅਰੀ ਫਾਰਮ ਦੇ ਵਿੱਚ। ਹੁਸਨ ਭਾਈ ਆਪਣੇ ਤਜਰਬੇ ਨਾਲ ਦੱਸੋ ਕਿ ਜਿਹੜਾ ਨਵਾਂ ਫਾਰਮਰ ਆ ਰਿਹਾ ਹੈ, ਡੇਅਰੀ ਫਾਰਮਰ,
ਉਹਨੂੰ ਕਿਹੜੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਔਰ ਕਿਹੜੀਆਂ ਚੀਜ਼ਾਂ ਤੇ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਤਾਂ ਕਿ ਉਹ ਨੁਕਸਾਨ ਤੋਂ ਬਚ ਸਕੇ? ਸਭ ਤੋਂ ਮੇਨ ਜਿਹੜੀ ਗੱਲ ਹੈ, ਇੱਕ ਤੇ ਜੀ ਫਲਾਬ ਸਫਾਈ ਦੀ ਵਜ੍ਹਾ ਤੋਂ, ਦੂਸਰਾ ਨੰਬਰ ਜਿਹੜਾ ਵੇ ਅਸੀਂ ਭੈਂਸ ਲੈ ਲੈਨੇ 6 ਮਾਹ 7 ਮਾਹ ਜਿਹੜਾ ਦੁੱਧ ਲੈ ਲੈਨੇ, ਉਸ ਤੋਂ ਬਾਅਦ ਅਸੀਂ ਨਵੇਂ ਦੁੱਧ ਜਿਹਨੂੰ ਆਦੇ ਗੱਭਣ ਨਹੀਂ ਕਰਵਾ ਸਕਦੇ ਡੰਗਰ, ਉਹਦੀ ਵਜ੍ਹਾ ਤੋਂ ਉਸ ਤੋਂ 6-7 ਬਾਅਦ ਡੰਗਰ ਦੁੱਧ ਨਹੀਂ ਦੇਗਾ, ਫਿਰ ਜਿਹੜਾ ਵੇ ਡੇਅਰੀ ਫਾਰਮਰ ਜਿਹੜਾ ਨੁਕਸਾਨ 'ਚ ਸਟਾਰਟ ਸ਼ੁਰੂ ਹੋ ਜਾਂਦਾ, ਕਿਉਂਕਿ 4 ਤੋਂ 5 ਮਾਹ ਜਿਹੜੀ ਇਹਨੇ ਇੱਕ ਭੈਂਸ ਦੁੱਧ ਦਿੰਦੀ ਹੈ, ਉਸ ਤੋਂ ਬਾਅਦ ਫਿਰ ਆਸਤਾ ਆਸਤਾ ਉਹ ਜਿਹੜੀ ਹੈ ਪੈਦਾਵਾਰ ਘਟਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਫਿਰ ਫਾਰਮਰ ਜਿਹੜਾ ਉਹ ਲਾਸਟ 'ਚ ਜਾਏਗਾ। ਜ਼ਾਹਰੀ ਗੱਲ ਹੈ, ਅਗਰ ਨਵੀਂ ਭੈਂਸ ਲੈਣੀ ਹੈ 4 ਤੋਂ 5 ਲੱਖ ਰੁਪਈਆ ਇਨਵੈਸਟ ਦੁਬਾਰਾ ਕਰੇਗਾ, ਉਹਦੀ ਵਜ੍ਹਾ ਤੋਂ ਫਲਾਪ ਹੋ ਰਿਹਾ, ਕਿਉਂਕਿ ਅਸੀਂ ਦੁਬਾਰਾ ਜਿਹੜੀ ਭੈਂਸ ਨੂੰ ਗੱਭਣ ਨਹੀਂ ਕਰਵਾ ਸਕਦੇ, ਬਰੀਡਰ ਨਹੀਂ ਅਸੀਂ ਅੱਛਾ ਰੱਖ ਸਕਦੇ, ਉਹਦੀ ਵਜ੍ਹਾ ਤੋਂ ਡੇਅਰੀ ਫਾਰਮ ਬਹੁਤ ਜ਼ਿਆਦਾ ਫਲਾਪ ਹੋ ਰਹੀ ਹੈ। ਮੁਹਸਿਨ ਭਾਈ, ਅੱਜਕੱਲ ਜ਼ਿਆਦਾ ਪੜ੍ਹੇ ਲਿਖੇ ਲੋਕ ਔਰ ਜੌਬ ਹੋਲਡਰ ਜਾਂ ਜਿਹੜੇ ਅੱਛੇ ਅਹੁਦਿਆਂ 'ਤੇ ਲੋਕ ਨੇ ਉਹ ਇਸ ਫੀਲਡ 'ਚ ਆ ਰਹੇ ਨੇ, ਜਦ ਕਿ ਬਜ਼ੁਰਗ ਕਹਿੰਦੇ ਨੇ ਕਿ ਡੰਗਰਾਂ ਨਾਲ ਡੰਗਰ ਬਣਨਾ ਪੈਂਦਾ, ਜਦਕਿ ਉਹ ਪੜ੍ਹੇ ਲਿਖੇ ਲੋਕ ਨੇ ਮੰਮੀ ਡੈਡੀ ਟਾਈਪ ਦੇ, ਉਹ ਪੈਸਾ ਤਾਂ ਲਾ ਲੈਂਦੇ ਨੇ ਲੇਕਿਨ ਡੰਗਰਾਂ ਨਾਲ ਡੰਗਰ ਨਹੀਂ ਬਣ ਸਕਦੇ, ਇਸ ਲਈ ਅਮੂਮਨ ਨਾਕਾਮ ਹੋ ਜਾਂਦੇ। ਉਹਨਾਂ ਲਈ ਕੀ ਮਸ਼ਵਰਾ ਹੈ? ਉਹ ਖੁਦ ਨਹੀਂ ਕਰ ਸਕਦੇ, ਲੇਬਰ 'ਤੇ ਇਨਹਿਸਾਰ ਕਰਦੇ ਨੇ ਔਰ ਲੇਬਰ ਜ਼ਲੀਲ ਕਰ ਦਿੰਦੀ ਹੈ, ਨਾਕਾਮ ਕਰਾ ਦਿੰਦੀ ਹੈ, ਇਹਦਾ ਕੀ ਹੱਲ ਹੈ? ਇਹਦਾ ਹੱਲ ਇਹ ਹੈ ਕਿ ਅਗਰ ਡੰਗਰਾਂ ਦੇ ਨਾਲ ਡੰਗਰ ਨਹੀਂ ਹੋਣਾ ਤਾਂ ਤੁਸੀਂ ਫਲਾਪ ਹੋ ਡੇਅਰੀ ਫਾਰਮ ਦੇ ਵਿੱਚ। ਅਗਰ ਨਹੀਂ ਕਰ ਸਕਦੇ ਤੇ ਲੇਬਰ ਨਾ ਬਿਲਕੁਲ ਨਾ ਕਰੋ, ਕਿਉਂਕਿ ਲੇਬਰ ਦੇ ਸਿਰ ਤੇ ਰਹੋਗੇ ਤਾਂ ਤੁਹਾਡਾ ਨੁਕਸਾਨ ਤੇ ਨੁਕਸਾਨ ਹੈ। ਠੀਕ ਹੈ। ਹਾਂ, ਔਰ ਜਿਹੜਾ ਆਸਤਾ ਆਸਤਾ ਕਿਉਂ ਮਸ਼ੀਨਰੀ ਦੌਰ ਆ ਰਿਹਾ, ਕਿਉਂਕਿ ਮਸ਼ੀਨਰੀ ਜਿਹੜੀ ਹੈ ਉਹ ਤੁਹਾਨੂੰ ਲੇਬਰ ਵਾਂਗ ਦਾ ਨਹੀਂ ਲਾ ਸਕਦੀ। ਮੁਹਸਿਨ ਭਾਈ, ਲੇਬਰ ਤੋਂ ਕਿਸ ਤਰ੍ਹਾਂ ਛੁਟਕਾਰਾ ਹਾਸਲ ਕੀਤਾ ਜੇ? ਕੀ ਸਾਇੰਸ ਲੜਾਈ ਹੈ ਲੇਬਰ ਤੋਂ ਬੜੀ ਆਵਾਜ਼? ਲੇਬਰ ਤੋਂ ਜਿਹੜਾ ਵੇ ਤੁਸੀਂ ਟੈਕਨੀਕਲ ਜਿਹੜੀ ਗੱਲ ਅੱਗੇ ਕਰ ਰਹੇ ਹੋ ਕਿ ਸ਼ੈੱਡ ਤੁਸੀਂ ਬਣਾਓ, ਓਪਨ ਡੰਗਰ ਹੋਣ, ਓਪਨ ਉਹਨਾਂ ਦਾ ਪਾਣੀ ਦਾ ਸਿਸਟਮ ਹੋਵੇ, ਓਪਨ ਹਰ ਚੀਜ਼ ਜਿਹੜੀ ਹੈ ਤੁਹਾਨੂੰ ਇਸ ਚਾਰਾ ਜਿਹੜਾ ਓਪਨ ਆਪਣੀ ਮਰਜ਼ੀ ਨਾਲ ਖਾਣ, ਆਪਣੀ ਮਰਜ਼ੀ ਨਾਲ ਜਿਹੜਾ ਵੇ ਖੁੱਲ੍ਹੇ ਮਾਹੌਲ 'ਚ ਜਾਣ, ਰੋਸ਼ਨੀ 'ਚ ਜਾਣ, ਔਰ ਆਪਣੀ ਜਿਹੜੀ ਲੇਬਰ ਤੋਂ ਜਿੰਨੇ ਤੁਸੀਂ ਛੁਟਕਾਰਾ ਜਿਹੜੇ ਆਪਣੀ ਵਿੱਚ ਤੁਸੀਂ ਇਨਵੋਲਵ ਨਹੀਂ ਹੋਗੇ ਜਿੰਨੇ ਤੱਕ ਉਨੀ ਤੱਕ ਤੁਸੀਂ ਫਲਾਪ ਹੋ। ਮੁਹਸਿਨ ਭਾਈ, ਅਮੂਮਨ ਲੇਬਰ ਸਭ ਤੋਂ ਵੱਡਾ ਮਸਲਾ ਤਾਂ ਪੱਠਿਆਂ ਦਾ ਵੀ ਹੁੰਦਾ, ਸੁਬਹ ਵੜਦੀ ਔਰ ਸ਼ਾਮ ਨੂੰ ਜਾ ਕੇ ਨਿਕਲਦੇ ਨੇ, ਔਰ ਉਹ ਵਿਚਾਰੇ ਕੁਛ ਉਹ ਵੀ ਠੀਕ ਨਸ ਚਾਹੁੰਦੇ ਨੇ ਕਿ ਉਹਨਾਂ ਨੂੰ ਕੰਮ ਬਹੁਤ ਕਰਨਾ ਪੈਂਦਾ, ਇਹਦਾ ਕੀ ਹੱਲ ਹੈ ਤੁਹਾਡੇ ਨਜ਼ਦੀਕ, ਜਾਂ ਤੁਸੀਂ ਕੀ ਕੱਢਿਆ ਹੱਲ ਕਿ ਸੁਬਹ ਤੋਂ ਸ਼ਾਮ ਤੱਕ ਪੱਠਿਆਂ 'ਚ ਨਾ ਰਹਿਣਾ ਪਵੇ ਲੇਬਰ? ਇਹਦਾ ਇੱਕ ਤੇ ਹੱਲ ਸੈਲਜ, ਦੂਸਰਾ ਨੰਬਰ ਹੈ ਮਸ਼ੀਨਰੀ ਰਹਿ ਗਿਆ ਜਾਂ ਸੋਭੀ ਵਾਲਿਆਂ ਤੋਂ, ਉਹਦੇ ਨਾਲ ਜਿਹੜਾ ਨਾ ਬੰਦਾ ਜੇ ਤੁਹਾਡੀ ਪਹਿਲੀ ਲੈਵਲ ਠੀਕ ਹੈ ਤਾਂ ਬਿਹਤਰੀਨ ਚਾਰਾ ਕੱਟਣ ਵਾਸਤੇ 15 ਤੋਂ 20 ਮਿੰਟ 'ਚ ਤੁਸੀਂ ਵੀਗਾ ਜਿਹੜਾ ਨਾ ਉਹਦੇ ਨਾਲ ਕੱਟ ਸਕਦੇ ਹੋ। ਡੇਲੀ ਕਿੰਨੇ ਪੱਠੇ ਵੜਨੇ ਪੈਂਦੇ? ਡੇਲੀ ਤਕਰੀਬਨ ਸਾਨੂੰ 3 ਕਨਾਲ ਵੀਗਾ ਜਿਹੜਾ ਨਾ ਕੱਟ। ਕਿੰਨਾ ਟਾਈਮ ਲੱਗਦਾ ਹੈ ਇਸ ਮਸ਼ੀਨ ਦੇ ਨਾਲ? ਮਸ਼ੀਨ ਦੇ ਨਾਲ 15 ਤੋਂ 20 ਮਿੰਟ। ਔਰ ਮਸ਼ੀਨ ਤੋਂ ਪਹਿਲੇ ਕੀ ਹਾਲਾਤ ਸੀ? ਪਹਿਲਾਂ ਜਿਹੜਾ ਆਲਾ ਲਾਈ ਬੰਦਿਆਂ ਦੇ ਨਾਲ ਕਿੰਨੇ ਮਜ਼ਦੂਰ ਰੱਖੇ? ਮਜ਼ਦੂਰ ਇਸ ਟਾਈਮ ਤੇ 6 ਤੋਂ 7 ਹੋ ਜਾਏ। ਨਹੀਂ, ਜਿਸ ਟਾਈਮ ਮਸ਼ੀਨ ਨਹੀਂ ਸੀ। ਮਸ਼ੀਨ ਨਹੀਂ ਸੀ ਉਸ ਟਾਈਮ 8 ਤੋਂ 9 ਜਿਹੜਾ ਬੰਦੇ ਸੀ, ਸਾਰਾ ਦਿਨ ਉਹੀ ਸਾਰਾ ਦਿਨ ਪੱਠਿਆਂ 'ਚ। ਉਹ ਪੱਠਿਆਂ 'ਚ ਨਹੀਂ ਨਿਕਲਦੇ ਨਹੀਂ ਸਾਨੂੰ ਤੇ ਐਡਵਾਂਸ ਤੁਹਾਡੇ ਵੀ ਚੱਲਦਾ ਹੈ? ਸਾਰੀ ਗੱਲ ਐਡਵਾਂਸ ਵਾਲਾ ਸਿਸਟਮ ਤਾਂ ਹਰ ਜਗ੍ਹਾ ਤੇ ਹੈਗਾ ਜੀ। 2 ਲੱਖ 3 ਲੱਖ ਐਡਵਾਂਸ, 4 ਲੱਖ 5 ਲੱਖ 2-2.5 ਲੱਖ ਦੌਰ ਖਤਮ ਹੋ ਗਿਆ। ਅਮੂਮਨ ਨਸ ਵੀ ਜਾਂਦੇ ਨੇ। ਸਾਰੀ ਗੱਲ ਮਸ਼ੀਨ ਨਸਦੀ ਨਹੀਂ। ਮਸ਼ੀਨ ਨਸਦੀ ਨਹੀਂ, ਮਸ਼ੀਨ ਤੇ ਤੁਸੀਂ ਐਤਬਾਰ ਕਰ ਸਕਦੇ, ਲੇਬਰ ਤੇ ਐਤਬਾਰ ਨਹੀਂ ਕਰ ਸਕਦੇ। ਜਿਹੜੇ ਬੰਦੇ ਨਵੇਂ ਫਾਰਮ ਵਿੱਚ ਆ ਰਹੇ ਨੇ, ਇੱਕ ਤੇ ਮਸ਼ਵਰਾ ਇਹ ਹੈ ਕਿ ਡੰਗਰ ਨਾਲ ਡੰਗਰ ਨਹੀਂ ਬਣ ਸਕਦੇ ਤੇ ਨਾ ਕਰੋ। ਸੈਕਿੰਡ, ਮਜ਼ਦੂਰਾਂ ਤੇ ਇਨਹਿਸਾਰ ਕਰਨ ਦੀ ਬਜਾਏ ਮਸ਼ੀਨਰੀ ਵੱਲ ਆਓ, ਮਸ਼ੀਨਰੀ ਵਾਲਾ ਜ਼ਿਆਦਾ ਬਿਹਤਰ। ਹਾਂ, ਅਗਰ ਤੁਸੀਂ ਜੀ ਕਮ ਤੋਂ ਕਮ ਡਿਊਟੀ 2 ਟਾਈਮ ਜਦੋਂ ਧਾਰਾਂ ਕੱਢਦੀਆਂ ਨੇ, ਦੁੱਧ ਦੋਣਾ ਵੀ ਉਸ ਟਾਈਮ ਡਿਊਟੀ ਤੁਹਾਨੂੰ ਲਾਜ਼ਮੀ ਦੇਣੀ ਚਾਹੀਦੀ। ਗਾਂ ਦਾ ਬਿਜ਼ਨਸ ਜਿਹੜਾ ਵੀ ਅਗਰ ਤੁਸੀਂ ਕਮਰਸ਼ੀਅਲ ਕਰੋਗੇ ਤਾਂ ਫਿਰ, ਅਗਰ ਤੁਸੀਂ ਲੋਕਲ ਛੋਟੇ ਲੈਵਲ 'ਤੇ ਕਰੋਗੇ ਤਾਂ ਫਲਾਪ ਹੈ, ਕਿਉਂਕਿ ਇਹਦੇ ਦੁੱਧ ਦੀ ਸੇਲ ਕੋਈ ਨਹੀਂ। ਗਾਂ ਦੇ ਦੁੱਧ ਦੀ ਸੇਲ ਨਹੀਂ, ਆ ਕੰਪਨੀ ਨੂੰ ਤੁਸੀਂ ਦਿਓਗੇ ਤਾਂ ਫਿਰ ਤੇ ਕੰਪਨੀ ਜਿਹੜੀ ਹੈ ਉਹ ਤੁਹਾਡਾ ਕਮਰਸ਼ੀਅਲ ਲੈਵਲ 'ਤੇ ਹੋਏਗਾ ਤਾਂ ਫਿਰ ਅਦਰਵਾਈਜ਼ ਨੁਕਸਾਨ ਤੇ, ਕਿਉਂਕਿ ਸੇਲ ਕੋਈ ਨਹੀਂ। ਗਰਮੀ ਦੇ ਵਿੱਚ ਦੁੱਧ ਸੇਲ ਹੋ ਜਾਏਗਾ 4 ਤੋਂ 5 ਮਾਹ, ਸਰਦੀ ਦੇ 8 ਤੋਂ 4 ਸਟਾਰਟ ਹੋ ਜਾਣਾ ਅਕਤੂਬਰ ਤੋਂ ਲੈ ਕੇ। ਅਕਤੂਬਰ ਤੋਂ ਲੈ ਕੇ ਅਪ੍ਰੈਲ ਤੱਕ ਤੁਹਾਡਾ ਗਾਈਆਂ ਦਾ ਦੁੱਧ ਜਿਹੜਾ ਬਹੁਤ ਜ਼ਿਆਦਾ ਹੁੰਦਾ। ਉਸ ਟਾਈਮ ਫਿਰ ਉਹਦੀ ਮਾਰਕੀਟ ਡਾਊਨ ਹੈ, ਕੰਪਨੀ ਜਿਹੜੀ ਹੈ ਤੁਹਾਡੇ ਦੁੱਧ ਚੁੱਕ ਸਕਦੇ, ਤੂੰ ਨਹੀਂ ਤੁਸੀਂ ਸੇਲ ਕਰ ਸਕਦੇ। ਤੇ ਮੱਝਾਂ ਦਾ ਪੂਰਾ ਸਾਲ ਹੀ ਚੱਲਦਾ? ਮੱਝਾਂ ਦਾ ਪੂਰਾ ਸਾਲ ਹੀ, ਸਪੈਸ਼ਲੀ ਸਾਡੇ ਗੁਜਰਾਲ ਦੇ ਵਿੱਚ ਮੱਝਾਂ ਹਰ ਜਗ੍ਹਾ ਤੇ ਪੂਰਾ ਸਾਲ ਚੱਲਦੀਆਂ। ਅਗਰ ਛੋਟੇ ਲੈਵਲ ਤੇ ਕਰਨਾ ਹੈ ਤੇ ਮੱਝਾਂ ਦਾ ਕਰਨ, ਪਰ ਅਗਰ ਕਮਰਸ਼ੀਅਲ ਲੈਵਲ, ਹਾਂ ਮੱਝਾਂ ਤੋਂ ਤੁਸੀਂ ਆਸਤਾ ਜਿਹੜਾ ਨਾ ਗਾਵਾਂ ਤੇ ਜਾਓ। ਆਸਤਾ ਗਾਈਆਂ ਨੂੰ ਪਾਲਣਾ ਆਸਾਨ ਹੈ ਜਾਂ ਮੱਝਾਂ ਨੂੰ ਪਾਲਣਾ ਆਸਾਨ ਹੈ? ਗਾਵਾਂ ਨੂੰ ਪਾਲਣਾ ਆਸਾਨ ਹੈ। ਗਾਵਾਂ ਪਾਲਣੀਆਂ ਆਸਾਨ? ਗਾਵਾਂ ਪਾਲਣੀਆਂ ਆਸਾਨ ਨੇ, ਮੱਝ ਜਿਹੜੇ ਗਾਵਾਂ ਬਾਅਦ 'ਚ ਸੰਭਾਲਣਾ ਜਿਹੜਾ ਨਾ ਉਹ ਔਖਾ ਹੈ ਕੰਮ।
ਗਾਵਾਂ ਨੂੰ ਸੰਭਾਲਣਾ ਔਖਾ ਹੈ, ਹਾਂਜੀ, ਪਾਲਣੀਆਂ ਇਹ ਸੌਖੀਆਂ ਔਰ ਨੇ। ਸੌਖੀਆਂ ਨੇ। ਇਹ ਬੜੇ ਪਤੇ ਦੀ ਗੱਲ ਹੈ ਕਿ ਪਾਲਣੀਆਂ ਸੌਖੀਆਂ ਨੇ, ਸੰਭਾਲਣੀਆਂ ਔਖੀਆਂ ਨੇ। ਔਰ ਮੱਝਾਂ ਮੱਝਾਂ ਪਾਲਣੀਆਂ ਤੇ ਸੰਭਾਲਣੀਆਂ ਸੌਖੀਆਂ ਨੇ। ਸੰਭਾਲਣੀਆਂ ਸੌਖੀਆਂ ਨੇ। ਬਹੁਤ ਸ਼ੁਕਰੀਆ ਮੋਹਸਿਨ भाई।